ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਨਾਮ ਜਪਣ ਦਾ ਜੋ ਮੇਨ ਕਾਰਨ ਹੈ ਉਹ ਇਹੋ ਹੀ ਆ ਕਿ ਇਨਸਾਨ ਦੇ ਅੰਦਰੋਂ ਜਿਹੜੀ ਦਵਿਧਾ ਹੈ ਨਾ, ਦੂਸਰਾ ਭਾਵ ਉਹ ਖਤਮ ਹੋ ਜਾਵੇ। ਦੂਸਰੇ ਭਾਵ ਨੂੰ ਮਿਟਾਉਣਾ, ਦਵਿਧਾ ਨੂੰ ਮਿਟਾਉਣਾ, ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋਣਾ, ਇਹ ਨਾਮ ਕਹਾਉਂਦਾ ਹੈਗਾ। ਪਰ ਆਪਾਂ ਦੇਖਦੇ ਹਾਂ ਕਿ ਅਸਲ ਦੇ ਵਿੱਚ ਕੀ ਆ ਕਿ ਇਨਸਾਨ ਜਿਹੜਾ ਹੈ ਨਾ, ਉਹਦੇ ਅੰਦਰ ਅਗਿਆਨਤਾ ਹੋਣ ਕਰਕੇ ਜਾਂ ਲੋਭ ਦਾ ਜਿਹੜਾ ਵਧਣ ਕਰਕੇ ਉਹਦੀ ਜਿਹੜੀ ਹੈ ਨਾ ਮੰਗ ਉਹ ਇੰਨੀ ਜ਼ਿਆਦਾ ਪ੍ਰਬਲ ਹੋ ਜਾਂਦੀ ਆ ਕਿ ਉਸ ਦੇ ਅੰਦਰ ਸਬਰ ਨਾਂ ਦੀ ਜਿਹੜੀ ਹੈ ਨਾ ਕੋਈ ਚੀਜ਼ ਨਹੀਂ ਰਹਿ ਜਾਂਦੀ। ਫਿਰ ਸਬਰ ਦਾ ਕੋਈ ਗੁਣ ਉਹਦੇ ਅੰਦਰ ਕਾਰਗਰ ਨਹੀਂ ਹੁੰਦਾ, ਟਿਕਦਾ ਨਹੀਂ ਹੈ। ਸੋ ਜਿਨ੍ਹਾਂ ਦੇ ਅੰਦਰ ਹੈ ਨਾ ਸਬਰ ਦਾ ਗੁਣ ਨਹੀਂ ਟਿਕਦਾ ਹੈਗਾ, ਫਿਰ ਉਹਨਾਂ ਦੀ ਭਟਕਣਾ ਜਿਹੜੀ ਹੈ ਨਾ ਜ਼ਿਆਦਾ ਵੱਧ ਜਾਂਦੀ ਹੈ। ਫਿਰ ਉਹ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਫਿਰ ਉਹ ਜਿਹੜੇ ਹੈ ਨਾ ਸ਼ਖਸ ਹੈਗੇ ਆ, ਉਹ ਫਿਰ ਇੱਕ ਦਰ ਨਹੀਂ ਦਰ ਦੇ ਭਿਖਾਰੀ ਹੋ ਜਾਂਦੇ ਆ। ਕਿਉਂਕਿ ਜਿਵੇਂ ਸਾਨੂੰ ਗੁਰਬਾਣੀ ਨੇ ਕਿਹਾ ਹੈਗਾ ਕਿ ਮੰਨੇ ਮੱਘ ਨਾ ਚੱਲੇ ਪੰਥ, ਕਿ ਜਿਹੜੇ ਵਾਹਿਗੁਰੂ ਦੀ ਸਤ ਵਚਨ ਨੂੰ ਮੰਨਦੇ ਆ, ਹਰੇਕ ਵਚਨ ਨੂੰ ਸੱਤ ਕਹਿ ਕੇ ਮੰਨਦੇ ਆ, ਉਹਨਾਂ ਨੂੰ ਕਿਸੇ ਦੂਸਰੇ ਮਾਰਗ 'ਤੇ ਭਟਕਣ ਦੀ ਲੋੜ ਨਹੀਂ ਪੈਂਦੀ। ਪਰ ਜਿਹੜੇ ਸੱਤ ਵਚਨ ਮੰਨਦੇ ਨਹੀਂ, ਕਦੇ ਸੁਣਦੇ ਹੀ ਆ ਨਾ ਸਿਰਫ, ਫਿਰ ਉਹਨੂੰ ਗੁਰਬਾਣੀ ਕਹਿੰਦੀ ਆ ਫਰੀਦਾ ਕੂ ਕਹਿੰਦਿਆਂ ਚੇ ਗੇਂਦਿਆਂ ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਬਿਵੰਜਿਆ ਸੇ ਕਿਤ ਫੇਰੇ ਚਿੱਤ। ਕਹਿੰਦੀਆਂ ਜਿੰਨੀਆਂ ਮਰਜ਼ੀ ਤੁਸੀਂ ਉੱਚੀ ਉੱਚੀ ਕੂਕਾਂ ਮਾਰੋ, ਚਾਂਗਾ ਮਾਰੋ, ਜਿੰਨੀਆਂ ਮਰਜ਼ੀ ਮੱਤਾਂ ਦੇਵੋ, ਪਰ ਜਿਨ੍ਹਾਂ ਦੇ ਮਨ ਨੂੰ ਸ਼ੈਤਾਨ ਨੇ ਕਾਬੂ ਕਰ ਲਿਆ ਹੈ ਨਾ, ਕਹਿੰਦੇ ਫਿਰ ਉਹ ਆਪਣੀ ਜਿਹੜੀ ਹੈ ਨਾ ਜੋ ਚਿੱਤ ਬਿਰਤੀ ਹੈਗੀ ਆ ਉਹਨੂੰ ਇੱਕ ਜਗ੍ਹਾ ਟਿਕਾਉਣ ਦੇ ਵਿੱਚ ਸਫਲ ਨਹੀਂ ਹੁੰਦੇ। ਉਹਨਾਂ ਦੀ ਜਿਹੜੀ ਹੈ ਨਾ ਭਟਕਣਾ ਹੈਗੀ ਆ ਜਿਉਂ ਦੀ ਤਿਉਂ ਹੀ ਰਹਿੰਦੀ ਆ। ਅਗਰ ਉਹਨਾਂ ਦੀ ਭਟਕਣਾ ਜਿਹੜੀ ਹੈ ਨਾ ਜਿਉਂ ਦੀ ਤਿਉਂ ਹੀ ਰਹਿੰਦੀ ਆ, ਉਹ ਦਰ ਭਟਕਦੇ ਆ। ਅਤੇ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਜਿਹੜੇ ਆਪਣੇ ਆਪ ਨੂੰ ਗੁਰਸਿੱਖ ਵੀ ਕਹਾਉਂਦੇ ਆ ਅਤੇ ਦਰ ਵੀ ਭਟਕਦੇ ਹਨ, ਫਿਰ ਗੁਰੂ ਘਰ ਵੱਲੋਂ ਉਹਨਾਂ ਦੀ ਜਿਹੜੀ ਹੈ ਨਾ ਮਦਦ ਹੈਗੀ ਆ ਉਹ ਕਦੀ ਨਹੀਂ ਹੁੰਦੀ। ਕਿਉਂਕਿ ਗੁਰਬਾਣੀ ਨੇ ਜੋ ਸਾਨੂੰ ਫੈਸਲੇ ਦਿੱਤੇ ਆ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਿਉਂ ਸਿੱਖਾਂ ਮੇ ਚੂਕ, ਅੰਧੇ ਏਕ ਨਾ ਲੱਗੀ ਜਿਉਂ ਬਾਂਸ ਬਜਾਈਏ ਫੂਕ। ਕਿ ਸਤਿਗੁਰ ਤਾਂ ਸੱਚਾ ਹੈ। ਹੁਣ ਸੱਚਾ ਜਿਹੜਾ ਸਤਿਗੁਰੂ ਕਹਿੰਦੇ ਹੁਣ ਕੀ ਕਰ ਸਕਦਾ ਹੈ, ਜਿਉਂ ਸਿੱਖਾਂ ਮੇ ਚੂਕ, ਜੇ ਸਿੱਖੀ ਜਿਹੜੀ ਉਹ ਵਾਰ ਭੁੱਲ ਚੁੱਕ ਕਰੀ ਜਾਣ, ਆਪਣੀ ਜਿਹੜੀ ਭਟਕਣਾ ਤੋਂ ਬਾਜ ਨਾ ਆਉਣ, ਇੱਕ ਜਗ੍ਹਾ ਆਪਣੇ ਮਨ ਨੂੰ ਟਿਕਾਉਣ ਨਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਸ਼ਰਨ ਛੱਡ ਕੇ ਹੋਰ ਸ਼ਰਨਾਂ ਵਿੱਚ ਵੀ ਤੁਰੇ ਫਿਰਨ, ਫਿਰ ਕਹਿੰਦੇ ਉੱਥੇ ਗੁਰੂ ਕੀ ਕਰ ਸਕਦਾ ਹੈ। ਫਿਰ ਗੁਰੂ ਕੁਛ ਨਹੀਂ ਕਰ ਸਕਦਾ। ਇੱਕ ਨਹੀਂ, ਜਿਵੇਂ ਨੇਕਾਂ ਪ੍ਰਮਾਣ ਸਾਨੂੰ ਗੁਰਬਾਣੀ ਵਿੱਚ ਵੀ ਮਿਲਦੇ ਆ, ਜਿਵੇਂ ਭਾਈ ਗੁਰਦਾਸ ਜੀ ਹੁਣਾਂ ਨੇ ਜਿਹੜਾ ਹੈ ਨਾ ਦ੍ਰੋਪਦੀ ਦਾ ਪ੍ਰਮਾਣ ਦਿੱਤਾ ਸੀਗਾ ਕਿ ਕਿਵੇਂ ਜਿਹੜੀ ਦ੍ਰੋਪਦੀ ਸੀਗੀ, ਜਦ ਤੱਕ ਉਹਦੀ ਭਟਕਣਾ ਜਿਹੜੀ ਸੀ ਉਹ ਆਪਣੇ ਪਤੀਆਂ ਵਿੱਚ ਜਾਂ ਹੋਰ ਜਿਹੜੇ ਸੂਰਬੀਰ ਸੀ ਉਹਨਾਂ ਦੇ ਉੱਤੇ ਜਦ ਤੱਕ ਉਹ ਫਿਰਦੀ ਰਹੀ ਆ, ਤਦ ਤੱਕ ਉਹਦੀ ਇੱਜ਼ਤ ਜਿਹੜੀ ਸੀਗੀ ਉਹਨੂੰ ਖਤਰਾ ਰਿਹਾ ਹੈਗਾ। ਪਰ ਜਦੋਂ ਉਹਦੀ ਜਿਹੜੀ ਭਟਕਣਾ ਸੀ ਨਿਰੋਲ ਇੱਕ 'ਤੇ ਟਿਕ ਗਈ ਤਾਂ ਫਿਰ ਉਹਦੀ ਜਿਹੜੀ ਸੀ ਉਸ ਟਾਈਮ ਪੱਤ ਰੱਖੀ ਗਈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹੋ ਹੀ ਚੀਜ਼ ਜਿਹੜੀ ਹੈ ਨਾ ਗੁਰਸਿੱਖ ਦੀ ਹੈ। ਜਦ ਤੱਕ ਗੁਰਸਿੱਖ ਦੀ ਭਟਕਣਾ ਜਿਹੜੀ ਹੈ ਨਾ ਬਾਹਰ ਤੁਰੀ ਫਿਰਦੀ ਹੈ, ਉਹਦਾ ਕੋਈ ਵੀ ਕਾਰਜ ਸਿੱਧ ਨਹੀਂ ਹੁੰਦਾ। ਜਿਉਂ ਇਉਂ ਕਹਿ ਲਓ ਕਿ ਕਿਸੇ ਵੀ ਕਾਰਜ ਦੀ ਸਿੱਧੀ ਵਾਸਤੇ ਜਿਹੜਾ ਨਿਸ਼ਚਾ ਹੈ ਨਾ ਪੂਰਨ ਅਡੋਲ ਚਾਹੀਦਾ ਹੈ, ਇੱਕ ਜਗ੍ਹਾ ਟਿਕਾ ਚਾਹੀਦਾ ਹੈ। ਇੱਕ ਜਗ੍ਹਾ ਟਿਕਾ ਦੇ ਵਿੱਚ ਸ਼ੁੱਧ ਬਿਰਤੀ ਹੁੰਦੀ ਹੈ ਅਤੇ ਇਹਦੇ ਵਿੱਚ ਸ਼ੁੱਧ ਕਿਰਪਾ ਜੋ ਪਰਮੇਸ਼ਰ ਦੀ ਹੈ ਨਾ ਹਮੇਸ਼ਾ ਹੀ ਨਾਲ ਜਿਹੜੀ ਹੈ ਉਹ ਜਗਿਆਸੂ ਦੇ ਰਹਿੰਦੀ ਆ। ਅਗਰ ਜਿਵੇਂ ਅਸੀਂ ਦੇਖਦੇ ਹਾਂ ਕਿ ਇੱਕ ਜਿਹੜੀ ਨਾ ਛੋਟੀ ਜਿਹੀ ਕਿਣਕਾ ਮਤਲਬ ਵੀ ਗਲਤੀ ਹੈ, ਬਹੁਤ ਵੱਡਾ ਕਾਰਨ ਬਣ ਜਾਂਦਾ ਹੈਗਾ। ਜਿਵੇਂ ਇੱਕ ਅੱਖ ਹੈ, ਅੱਖ ਦੀ ਨਿਗਾਹ ਜਿਹੜੀ ਹੈ ਨਾ ਹਜ਼ਾਰਾਂ ਮੀਲ ਦੂਰ ਜਿਹੜੇ ਤਾਰਿਆਂ ਨੂੰ ਦੇਖ ਸਕਦੀ ਆ, ਪਰ ਇੱਕ ਛੋਟਾ ਜਿਹਾ ਧੂੜ ਦਾ ਕਿਣਕਾ ਸਾਰੀ ਅੱਖ ਦੀ ਨਜ਼ਰ ਨੂੰ ਬੰਦ ਕਰ ਦਿੰਦਾ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਜਿੰਨਾ ਮਰਜ਼ੀ ਦੁੱਧ ਹੋਵੇ, ਇੱਕ ਛੋਟੀ ਜਿਹੀ ਜਿਹੜੀ ਕਾਂਜੀ ਹੈ ਸਾਰੇ ਦੁੱਧ ਨੂੰ ਰਾਖ ਕਰ ਦਿੰਦੀ ਹੈ, ਉਹਨੂੰ ਫੁੱਟ ਪਾ ਦਿੰਦੀ ਉਸ ਦੁੱਧ ਦੇ ਅੰਦਰ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਲੱਖਾਂ ਮਣ ਰੂੰ ਵੀ ਹੋਵੇ, ਇੱਕ ਚੰਗਿਆੜੀ ਨਾਸ ਕਰ ਦਿੰਦੀ ਆ। ਸੋ ਕਹਿਣ ਤੋਂ ਭਾਵ ਇਹ ਕਿ ਛੋਟੀ ਜਿਹੀ ਗਲਤੀ ਜਿਹੜੀ ਨਾ ਸਿੱਖ ਦੀ ਹੈਗੀ ਆ, ਦੁਵਿਧਾ ਦੀ, ਉਹ ਉਹਦੇ ਕਾਰਜ ਨੂੰ ਕਦੀ ਸਿੱਧ ਨਹੀਂ ਹੋਣ ਦਿੰਦੀ। ਇਸ ਕਰਕੇ ਜਿਹੜੀ ਦਰ ਦੀ ਭਟਕਣਾ ਹੈ ਨਾ ਉਹ ਸਿੱਖ ਵਾਸਤੇ ਸਭ ਤੋਂ ਵੱਡਾ ਰੋੜਾ, ਸਭ ਤੋਂ ਵੱਡੀ ਜਿਹੜੀ ਹੈ ਉਹਦੀ ਉੱਨਤੀ ਦੇ ਵਿੱਚ ਰੁਕਾਵਟ ਹੁੰਦੀ ਹੈ।
ਇਸੇ ਕਰਕੇ ਅਸੀਂ ਇੱਕ ਨਹੀਂ ਅਨੇਕਾਂ ਸਿੱਖ ਦੇਖਦੇ ਹਾਂ ਕਿ ਜਿਹੜੇ ਗੁਰੂ ਘਰ ਵੀ ਆਉਂਦੇ ਆ, ਅੰਮ੍ਰਿਤ ਵੀ ਛਕੇ ਹੁੰਦੇ ਆ, ਲੇਕਿਨ ਉਹਨਾਂ ਦੀ ਜਿਹੜੀ ਹੈ ਨਾ ਦੁਵਿਧਾ ਹੈਗੀ ਆ, ਉਹ ਹਮੇਸ਼ਾ ਜਿਹੜੀ ਉਹ ਡਗਮਗਾ ਜਾਂਦੀ ਹੈ। ਇੱਕ ਨਹੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਅਨੇਕਾਂ ਆਪਾਂ ਗੁਰਸਿੱਖਾਂ ਨੂੰ ਦੇਖ ਸਕਦੇ ਹਾਂ ਜਿਹਨਾਂ ਦੀ ਹਾਲਤ ਐਸੀ ਆ, ਜਿਨ੍ਹਾਂ ਦੇ ਅੰਦਰ ਨਿਸ਼ਚਾ ਜਿਹੜਾ ਹੈ ਨਾ ਟਿਕਾ ਬਹੁਤ ਘੱਟ ਬਣਦਾ ਹੈਗਾ। ਉਹ ਵਿਰਲੇ ਗੁਰਸਿੱਖ ਹੈਗੇ ਆ ਜਿਨ੍ਹਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਹੜਾ ਟਿਕਾ ਬਣਦਾ ਹੈਗਾ। ਜਿਵੇਂ ਅਸੀਂ ਦੇਖਦੇ ਹਾਂ ਕਿ ਇੱਕ ਗੁਰਸਿੱਖ ਜਦ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਆਇਆ ਸੀ, ਉਹਨੇ ਆ ਕੇ ਕਲਗੀਧਰ ਮਹਾਰਾਜ ਨੂੰ ਮੱਥਾ ਟੇਕਿਆ, ਪਰ ਵਾਪਸ ਫਿਰ ਕਦੀ ਜਿਹੜਾ ਸੀ ਉਹ ਦਰਸ਼ਨ ਕਰਨ ਨਹੀਂ ਆਇਆ, ਮੱਥਾ ਟੇਕਣ ਨਹੀਂ ਆਇਆ। ਪਰ ਜਦੋਂ ਨਾਲ ਦੇ ਸਿੱਖਾਂ ਨੇ ਜਿਹੜੀ ਉਹਦੀ ਸ਼ਿਕਾਇਤ ਲਾਈ ਕਿ ਦੇਖੋ ਉਹ ਆਇਆ ਹੈ, ਮੁੜ ਕੇ ਸੇਵਾ ਕਰਨ ਲੱਗ ਪਿਆ ਹੈ, ਪਰ ਮੁੜ ਆਪ ਜੀ ਦੇ ਦਰਸ਼ਨ ਨਹੀਂ ਕੀਤੇ। ਪਰ ਜਦੋਂ ਕਲਗੀਧਰ ਮਹਾਰਾਜ ਨੇ ਉਸ ਨੂੰ ਆਪਣੇ ਦੁਆਰਾ ਜਿਹੜੇ ਸੀਗੇ ਉਹ ਦਰਬਾਰ ਦੇ ਵਿੱਚ ਬੁਲਾਇਆ ਸੀਗਾ, ਫਿਰ ਉਹ ਸਿੱਖ ਨੇ ਆਖਿਆ ਸੀਗਾ ਕਿ ਜਦੋਂ ਮੈਂ ਇੱਕ ਵਾਰੀ ਮੱਥਾ ਟੇਕ ਦਿੱਤਾ ਹੈਗਾ, ਮੁੜ ਕੇ ਚੱਕਿਆ ਹੀ ਨਹੀਂ, ਫਿਰ ਦੁਬਾਰਾ ਬਾਰ-ਬਾਰ ਮੱਥਾ ਟੇਕਣਾ ਅਤੇ ਚੱਕਣ ਦੀ ਕੀ ਲੋੜ ਹੈ। ਮੈਂ ਤਾਂ ਆਪਣਾ ਜਿਹੜਾ ਸਿਰ ਹੈਗਾ ਉਹ ਆਪਣੇ ਧੜ ਦੇ ਨਾਲੋਂ ਅਲੱਗ ਕਰਕੇ ਆਪ ਜੀ ਦੇ ਚਰਨਾਂ 'ਚ ਰੱਖ ਦਿੱਤਾ ਹੈਗਾ। ਸੋ ਉਹਨਾਂ ਦੇ ਵਚਨ ਸੁਣ ਕੇ ਫਿਰ ਕਲਗੀਧਰ ਮਹਾਰਾਜ ਤਾਂ ਪ੍ਰਸੰਨ ਹੋਏ ਹੈ, ਪਰ ਬਾਕੀਆਂ ਦੀ ਜਿਹੜੀ ਮਨ ਦੀ ਇਹ ਗੱਲ ਸੀਗੀ ਕਿ ਇਹ ਜਿਹੜੀ ਦੁਵਿਧਾ ਸੀਗੀ, ਜੋ ਭਟਕਣਾ ਸੀਗੀ ਹੈ ਨਾ, ਇਸ ਨੂੰ ਵੀ ਇਹ ਚੀਜ਼ ਜਿਹੜੀ ਹੈ ਨਾ ਇਹ ਸੰਦੇਸ਼ ਦਿੰਦੀ, ਪੈਗਾਮ ਦਿੰਦੀ ਹੈ ਕਿ ਜਿੱਥੇ ਸਿਰ ਜਿਹੜਾ ਤੁਸੀਂ ਇੱਕ ਵਾਰੀ ਟਿਕਾਤਾ, ਜੇ ਸੰਪੂਰਨ ਜਗ੍ਹਾ 'ਤੇ ਤੁਸੀਂ ਸਿਰ ਮੁੜ ਕੇ ਰੱਖ ਦਿੱਤਾ, ਉਹਨੂੰ ਫਿਰ ਵਾਰ-ਵਾਰ ਚੱਕਣ ਦੀ ਲੋੜ ਨਹੀਂ ਆ। ਪਰ ਜਦੋਂ ਅਸੀਂ ਸਿਰ ਜਿਹੜਾ ਹੈਗਾ ਉਹ ਵੀ ਮੱਥੇ ਵੀ ਟੇਕਦੇ ਹਾਂ, ਪਰ ਦੂਸਰੀਆਂ ਜਗ੍ਹਾ ਜਾ ਕੇ ਜਿਹੜੀਆਂ ਕਬਰਾਂ ਹੈਗੀਆਂ ਜਾਂ ਪੀਰਾਂ ਦੀਆਂ ਜਾਂ ਹੋਰ ਅਨੇਕ ਤਰ੍ਹਾਂ ਦੀਆਂ ਜਗ੍ਹਾ ਹੈਗੀਆਂ, ਉੱਥੇ ਵੀ ਜਾ ਕੇ ਜਦ ਮੱਥੇ ਰਗੜਦੇ ਹਨ, ਫਿਰ ਇਹ ਜਿਹੜਾ ਹੈ ਨਾ ਦੋ ਬੇੜੀਆਂ 'ਤੇ ਪੈਰ ਪਾਉਣਾ ਹੈਗਾ, ਇਹ ਕਦੀ ਵੀ ਜਿਹੜਾ ਹੈ ਨਾ ਇਹ ਸਿੱਖ ਦੀ ਪੂਰੀ ਨਹੀਂ ਪੈਣ ਦਿੰਦਾ। ਕਿਉਂਕਿ ਦਾਸ ਨੇ ਆਪਣੇ ਜੀਵਨ ਦੇ ਵਿੱਚ ਦੇਖਿਆ ਹੈਗਾ ਕਿ ਬਹੁਤ ਸਾਰੇ ਜਿਹੜੇ ਗੁਰਸਿੱਖ ਵਾ ਹੈ ਨਾ, ਉਹਨਾਂ ਦਾ ਜੀਵਨ ਜਿਹੜਾ ਹੈਗਾ ਉਹ ਦੁਵਿਧੀ ਦੇ ਵਿੱਚ ਫਸਿਆ ਰਹਿੰਦਾ ਹੈਗਾ। ਸੋ ਜਿਨ੍ਹਾਂ ਦਾ ਦੁਵਿਧੀ 'ਚ ਜੀਵਨ ਫਸ ਜਾਵੇ ਹੈ ਨਾ, ਫਿਰ ਉਹਨਾਂ ਦੀ ਜਿਹੜੀ ਕੋਈ ਵੀ ਜੋ ਮਨ ਦੀ ਇੱਛਾ ਹੈਗੀ ਆ ਉਹ ਕਦੀ ਗੁਰੂ ਘਰ ਵੱਲੋਂ ਪੂਰੀ ਨਹੀਂ ਹੁੰਦੀ। ਸੋ ਇਸ ਕਰਕੇ ਇੱਥੇ ਹੈ ਨਾ ਦ੍ਰਿੜ ਨਿਸ਼ਚੇ ਦੀ ਲੋੜ ਆ। ਜਿਨ੍ਹਾਂ ਦੇ ਅੰਦਰ ਦ੍ਰਿੜ ਨਿਸ਼ਚਾ ਹੈ ਨਾ, ਫਤਿਹ ਫਿਰ ਉਹਨਾਂ ਦੀ ਹੁੰਦੀ ਆ। ਜਿਵੇਂ ਦਾਸ ਨੇ ਜਿਹੜਾ ਜਾਣਿਆ ਹੈ ਕਿ ਦਾਸ ਦੇ ਇੱਕ ਮਿੱਤਰ ਵੀ ਸੀਗੇ ਸੱਜਣ, ਅਤੇ ਉਹ ਜਿਹੜੇ ਸੀ ਕਾਫੀ ਸੇਵਾ ਕਰਦੇ ਹੁੰਦੇ ਸੀ। ਇੱਕ ਵਾਰ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਜਿਹੜੀ ਸੀ ਉਹ ਜ਼ਿਆਦਾ ਆਰਥਿਕ ਤੰਗੀ ਦੇ ਵਿੱਚ ਪੈਸੇ ਦੀ ਜ਼ਰੂਰਤ ਪਈ ਸੀਗੀ। ਉਹਨਾਂ ਨੇ ਇੱਕ ਆਪਣੀ ਜਿਹੜੀ ਨਾ ਕਮੇਟੀ ਸੀ ਵੀ ਉਹ ਵੀ ਪਾ ਰੱਖੀ ਹੁੰਦੀ ਸੀਗੀ, ਕਮੇਟੀ ਪਾ ਰੱਖੀ ਹੁੰਦੀ ਸੀ। ਪਰ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਫਿਰ ਸੰਗਤ ਨੇ ਜਿਹੜੀ ਸੀ ਉਹਨਾਂ ਦੀ ਕਮੇਟੀ ਨਿਕਲਣ ਦੀ ਜਦ ਅਰਦਾਸ ਕੀਤੀ, ਅਤੇ ਅਖੀਰ ਜਦ ਅਰਦਾਸ ਕੀਤੀ, ਉਹ ਅਰਦਾਸ ਗੁਰੂ ਘਰ ਵਿੱਚ ਪ੍ਰਵਾਨ ਹੋਈ ਆ, ਅਤੇ ਉਹਦੀ ਠੀਕ ਟਾਈਮ ਦੇ ਨਾਲ ਜਦ ਕਮੇਟੀ ਨਿਕਲੀ ਅਤੇ ਉਹ ਸੱਜਣ ਫੁੱਲੇ ਨਹੀਂ ਸੀ ਸਮਾਉਂਦੇ। ਪਰ ਜਦੋਂ ਉਹ ਸੱਜਣ ਨੇ ਆਪਣੇ ਘਰਦਿਆਂ ਦੇ ਨਾਲ ਇਸ ਕਮੇਟੀ ਬਾਰੇ ਸੰਪਰਕ ਕੀਤਾ, ਫਿਰ ਉਹਦੀ ਪਤਨੀ ਨੇ ਜਾਣੀ ਉਹਨੂੰ ਦੱਸਿਆ ਸੀਗਾ ਕਿ ਮੈਂ ਵੀ ਇੱਧਰ ਹੈ ਨਾ ਦੇਵੀ ਦੇਵਤਿਆਂ ਦੀਆਂ ਕੰਜਕਾਂ ਸੁੱਖੀਆਂ ਸੀਗੀਆਂ, ਤਾਂ ਜੋ ਜਿਹੜੀ ਕਮੇਟੀ ਉਹ ਟਾਈਮ ਨਾਲ ਨਿਕਲ ਜਾਵੇ ਅਤੇ ਘਰ ਦੀ ਜ਼ਰੂਰਤ ਪੂਰੀ ਹੋ ਜਾਵੇ। ਭਾਵ ਕੀ ਆ ਜਿਹੜਾ ਹੈ ਨਾ ਦਵੱਲਾ ਹੈਗਾ ਜਾਂ ਦੋਗਲਾਪਨ ਹੈਗਾ, ਗੁਰੂ ਨੂੰ ਨਹੀਂ ਪਾਉਂਦਾ। ਦੇਖੋ ਇਸ ਤਰ੍ਹਾਂ ਦੀ ਇੱਕ ਨਹੀਂ ਇਹ ਘਰ ਘਰ ਦੀਆਂ ਕਹਾਣੀਆਂ ਅਸੀਂ ਆਮ ਦੇਖਦੇ ਹਾਂ। ਜਿਵੇਂ ਇੱਕ ਸੱਜਣ ਜਿਹੜੇ ਦਾਸ ਦੇ ਕਾਫੀ ਕਰੀਬ ਸੀਗੇ, ਉਹ ਜਿਹੜੇ ਸੀਗੇ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕਿਸੇ ਦੂਸਰੇ ਨੂੰ ਨਹੀਂ ਸੀ ਮੰਨਦੇ, ਪਰ ਉਹਨਾਂ ਦੀ ਜਿਹੜੀ ਜੀਵਨ ਸਾਥੀ ਸੀ ਹੈ ਨਾ, ਉਹਨਾਂ ਦੀ ਜਿਹੜੀ ਭਟਕਣਾ ਹੁੰਦੀ ਸੀਗੀ ਉਹ ਵੀ ਇਸ ਤਰ੍ਹਾਂ ਦੀ ਰਹਿੰਦੀ ਸੀ। ਇੱਕ ਵਾਰ ਉਹਨਾਂ ਦੀ ਜਿਹੜੀ ਪਤਨੀ ਸੀਗੀ ਉਹ ਕਿਸੇ ਪੀਰ ਦੇ ਜਦ ਦੇਗ ਲੈ ਕੇ ਗਈ ਆ, ਜਦੋਂ ਸੱਜਣ ਨੇ ਕਾਰਨ ਪੁੱਛਿਆ ਕਿ ਤੁਸੀਂ ਦੇਗ ਲੈ ਕੇ ਕਿਉਂ ਗਈ ਆ, ਅਤੇ ਫਿਰ ਉਸਨੇ ਦੱਸਿਆ ਸੀਗਾ ਕਿ ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ, ਕਿਉਂਕਿ ਮੇਰੀ ਜਿਹੜੀ ਹੈ ਨਾ ਪੀੜਾ ਹੈਗੀ ਜਾਂ ਸਰੀਰ ਦੀ ਤਕਲੀਫ ਹੈਗੀ ਉਹ ਪੀਰਾਂ ਦੀ ਦੇਗ ਦੇਣ ਦੇ ਨਾਲ ਹੀ ਪੂਰੀ ਹੋ ਸਕਦੀ ਆ। ਕਿਉਂਕਿ ਉਹ ਜਿਹੜੀ ਦੇਗ ਦੇਣੀ ਆ ਉਹਦੀ ਗਵਾਂਢਣ ਸਹੇਲੀ ਨੇ ਉਹਨੂੰ ਜਾਣੀ ਇਸ ਕੰਮ ਵਾਸਤੇ ਜਿਹੜਾ ਸੀਗਾ ਉਹ ਉਕਸਾਇਆ ਸੀਗਾ, ਸ਼ਾਮਲ ਕੀਤਾ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿੱਥੇ ਪਤੀ ਪਤਨੀ ਦੋਨੇ ਅੰਮ੍ਰਿਤ ਵੀ ਛਕਿਆ ਹੈਗਾ, ਲੇਕਿਨ ਅਗਰ ਪਤੀ ਗੁਰਸਿੱਖ ਹੈਗਾ ਤਾਂ ਪਤਨੀ ਜਿਹੜੀ ਹੈਗੀ ਆ ਉਹਦੀ ਭਟਕਣਾ ਜਿਹੜੀ ਥਾਂ ਥਾਂ ਹੈ। ਅਗਰ ਪਤਨੀ ਜਿਹੜੀ ਰੁਚੀ ਹੈਗੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾ ਹੈਗਾ, ਅਤੇ ਪਤੀ ਦੀ ਜਿਹੜੀ ਭਟਕਣਾ ਹੈਗੀ ਆ ਉਹ ਵੀ ਵਾਰ ਤੁਰੀ ਫਿਰਦੀ ਆ। ਇਸੇ ਤਰ੍ਹਾਂ ਦਾਸ ਨੇ ਦੇਖਿਆ ਸੀਗਾ ਕਿ ਇੱਕ ਦਾਸ ਦੇ ਜਿਹੜੇ ਮਿੱਤਰ ਸੀਗੇ ਉਹ ਵੀ ਗੁਰਸਿੱਖ ਜਿਹੜੇ ਸੀ ਅੰਮ੍ਰਿਤਧਾਰੀ ਸਿੰਘ ਸੀਗੇ, ਲੇਕਿਨ ਉਹਨਾਂ ਦੀ ਜਿਹੜੀ ਹੈ ਨਾ ਭਟਕਣਾ ਹੈਗੀ ਆ ਉਹ ਵੀ ਇਸ ਤਰ੍ਹਾਂ ਦੀ ਸੀਗੀ ਕਿ ਜਿਵੇਂ ਆਪਾਂ ਕਹਿ ਲਓ ਕਿ ਵੈਸੇ ਤਾਂ ਉਹ ਰੋਜ਼ ਜਿਹੜੇ ਸੀਗੇ ਉਸ ਗੁਰੂ ਦੀ ਸੰਗਤ ਕਰਦੇ ਹੁੰਦੇ ਸੀ, ਪਰ ਦੂਸਰੇ ਪਾਸੇ ਉਹਨਾਂ ਦੀ ਜਿਹੜੀ
ਕੁਛ ਮਾਨਤਾ ਝੁਕਾ ਸੀਗਾ ਉਹ ਵੀ ਪੀਰਾਂ ਵੱਲ ਜ਼ਿਆਦਾ ਰਹਿੰਦਾ ਸੀਗਾ। ਸਮਾਂ ਪਾ ਕੇ ਉੱਥੇ ਉਹ ਪੀਰ ਦੀ ਜਿਹੜੀ ਨਿਆਜ਼ ਸੀਗੀ ਜਾਂ ਜੋ ਉਹਨਾਂ ਦੀ ਦੇਗ ਪ੍ਰਸ਼ਾਦ ਸੀ ਉਹ ਵੀ ਦਿੰਦੇ ਹੁੰਦੇ ਸੀ। ਸੋ ਕਹਿਣ ਤੋਂ ਭਾਵ ਇਹ ਆ, ਇੱਕ ਨਹੀਂ ਇਸ ਤਰ੍ਹਾਂ ਦੀਆਂ ਅਨੇਕਾਂ ਜਿਹੜੀਆਂ ਹਨ ਆਪਾਂ ਘਰ ਦੀਆਂ ਕਹਾਣੀਆਂ ਦੇਖਦੇ ਹਾਂ ਕਿ ਘਰ ਦੇ ਦੇਖੋ ਗੁਰਦੁਆਰੇ ਵੀ ਜਾਂਦੇ ਆ, ਜਦ ਸਮਾਂ ਆਉਂਦਾ ਫਿਰ ਜਠੇਰਿਆਂ ਦੀ ਪੂਜਾ ਵੀ ਕਰਦੇ ਹੈ, ਉੱਥੇ ਵੀ ਕੋਈ ਕਸਰ ਨਹੀਂ ਛੱਡਦੇ। ਜਾਂ ਘਰ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਪਾਠ ਸਾਹਿਬ ਵੀ ਰੱਖਦੇ ਹਾਂ, ਸਧਾਰਨ ਪਾਠ ਵੀ ਰੱਖਦੇ ਹਾਂ, ਪਰ ਨਾਲ ਦੇਵੀ ਦੇਵਤਿਆਂ ਦੀਆਂ ਚੌਂਕੀਆਂ ਵੀ ਭਰਦੇ ਹਾਂ, ਜਗਰਾਤੇ ਵੀ ਕਰਾਉਂਦੇ ਹਾਂ। ਭਾਵ ਕੀ ਆ, ਇਹ ਜਿਹੜੀ ਹੈ ਨਾ ਭੇਡ ਚਾਲ ਸਾਡੇ ਅੰਦਰ ਇਹ ਸ਼ੁਰੂ ਤੋਂ ਚੱਲੀ ਆਉਂਦੀ ਹੈਗੀ ਆ, ਇਹ ਸਾਨੂੰ ਕਿਸੇ ਵੀ ਪਾਸੇ ਪੂਰੀ ਨਹੀਂ ਪੈਣ ਦਿੰਦੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਗਰ ਅਸੀਂ ਕੋਈ ਵੀ ਚੀਜ਼ ਜਿਹੜੀ ਹੈ ਨਾ ਗੁਰੂ ਦਰ ਤੋਂ ਮੰਗਣੀ ਹੈ, ਜਿਵੇਂ ਗੁਰਬਾਣੀ ਆਖਦੀ ਹੈ ਕਿ ਜੋ ਮੰਗੇ ਠਾਕਰ ਆਪਣੇ ਸੇ ਸੋਈ ਸੋਈ ਦੇਵੇ, ਪਰ ਫਿਰ ਸਾਨੂੰ ਇੱਕ ਦਾ ਹੋਣਾ ਪੈਂਦਾ ਹੈ। ਜਿਵੇਂ ਬਾਬਾ ਜੋਗਾ ਸਿੰਘ ਜੀ ਹੋਏ ਆ, ਜਦੋਂ ਬਾਬਾ ਜੋਗਾ ਸਿੰਘ ਜੀ 5 ਸਾਲ ਦੀ ਉਮਰ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਆਏ ਸੀ। ਫਿਰ ਦੇਖੋ ਕਲਗੀਧਰ ਮਹਾਰਾਜ ਨੇ ਹੈ ਨਾ ਫਿਰ ਬਾਬਾ ਜੋਗਾ ਸਿੰਘ ਨੂੰ ਪੁੱਛਿਆ ਸੀਗਾ ਕਿ ਤੇਰਾ ਨਾਂ ਕੀ ਆ, ਅਤੇ ਬਾਬਾ ਜੋਗਾ ਸਿੰਘ ਦੱਸਿਆ ਸੀ ਤੋਤਲੀ ਬੋਲੀ 'ਚ ਕਿ ਮੇਰਾ ਨਾਮ ਜੋਗਾ ਹੈ। ਫਿਰ ਮਹਾਰਾਜ ਨੇ ਕਿਹਾ ਸੀਗਾ ਮੁਸਕਰਾ ਕੇ ਕਿ ਤੂੰ ਕਿਹਦੇ ਜੋਗਾ ਹੈ। ਫਿਰ ਜੋਗਾ ਸਿੰਘ ਨੇ ਆਖਿਆ ਸੀਗਾ ਕਿ ਮੈਂ ਆਪ ਦੇ ਜੋਗਾ ਹਾਂ। ਜਦ ਇੰਨੀ ਗੱਲ ਹੋਈ ਫਿਰ ਕਲਗੀਧਰ ਮਹਾਰਾਜ ਬੜੇ ਪ੍ਰਸੰਨ ਹੋਏ ਅਤੇ ਨਾਲ ਇਹ ਵੀ ਕਹਿਤਾ ਹੈਗਾ ਜੇ ਤੂੰ ਸਾਡੇ ਜੋਗਾ ਤਾਂ ਅਸੀਂ ਫਿਰ ਤੇਰੇ ਜੋਗੇ। ਦੇਖੋ ਸਮਾਂ ਪਾ ਕੇ ਉਹ ਜਿਹੜਾ ਇਤਿਹਾਸ ਸੀਗਾ, ਜਦੋਂ ਬਾਬਾ ਜੋਗਾ ਸਿੰਘ ਵਿਆਹੇ ਗਏ ਅਤੇ ਹੁਸ਼ਿਆਰਪੁਰ ਆ ਕੇ ਇੱਕ ਬੇਸਵਾ ਦੇ ਚੱਕਰ ਵੀ ਉਹਦੇ ਵਿੱਚ ਜਦ ਫਸੇ ਆ, ਉਸ ਟਾਈਮ ਮਹਾਰਾਜ ਨੇ ਹੈ ਨਾ ਆਪਣਾ ਵਚਨ ਜਿਹੜਾ ਸੀ ਪੂਰਾ ਕੀਤਾ, ਜੇ ਤੂੰ ਸਾਡੇ ਜੋਗਾ ਤਾਂ ਅਸੀਂ ਤੇਰੇ ਜੋਗੇ। ਤਾਂ ਉਸ ਟਾਈਮ ਫਿਰ ਬਾਬਾ ਜੋਗਾ ਸਿੰਘ ਦੀ ਬੇਸਵਾ ਦੇ ਦਰ ਤੋਂ ਪਹਿਰੇਦਾਰ ਦਾ ਰੂਪ ਬਣ ਕੇ ਉੱਥੇ ਰੱਖਿਆ ਕੀਤੀ ਆ। ਸੋ ਕਹਿਣ ਤੋਂ ਭਾਵ ਹੈ ਗੁਰੂ ਤਾਂ ਸਾਡਾ ਹਮੇਸ਼ਾ ਜਿਹੜਾ ਹੈ ਨਾ ਅੰਗ ਸੰਗ ਹੈ, ਪਰ ਗੁਰੂ ਜਿਹੜਾ ਹੈ ਨਾ ਸਿੱਖ ਦਾ ਨਿਸ਼ਚਾ ਦੇਖਦਾ ਹੈ ਕਿ ਸਿੱਖ ਦਾ ਨਿਸ਼ਚਾ ਅਗਰ ਅਡੋਲ ਹੈ ਨਾ ਇੱਕ ਜਗ੍ਹਾ ਟਿਕਿਆ ਹੋਇਆ ਹੈ, ਸਿੱਖ ਦੀ ਜਿਹੜੀ ਭਟਕਣਾ ਹੈਗੀ ਉਹ ਕਿਸੇ ਪਾਸੇ ਨਹੀਂ ਹੈ, ਤਾਂ ਫਿਰ ਗੁਰੂ ਅਵਸ਼ ਹੀ ਕਿਰਪਾ ਕਰਦਾ ਹੈ। ਇਹ ਕਿਰਪਾ ਕਰਨ ਨੂੰ ਕੋਈ ਮਹੀਨੇ ਜਾਂ ਸਾਲ ਨਹੀਂ ਲੱਗਦੇ, ਇਹ ਸਭ ਕੁਝ ਜਿਹੜਾ ਹੈ ਨਾ ਇੱਕ ਛਿਣ ਦੇ ਵਿੱਚ ਹੀ ਹੋ ਜਾਂਦਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਕਿਹਾ ਹੈ ਕਿ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ, ਤਾਂ ਕਿ ਤਾਪ ਤਨਕ ਮੇ ਹਰ ਹੋ, ਕਿ ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਨਾ ਉਹਨਾਂ ਦੇ ਜਿੰਨੇ ਵੀ ਤਾਪ ਦੁੱਖ ਕਲੇਸ਼ ਬਿਮਾਰੀਆਂ ਚਿੰਤਾ ਫਿਕਰ ਜਾਣੀ ਜੋ ਵੀ ਜਿਹੜੀਆਂ ਸਮੱਸਿਆ ਹਨ ਉਹ ਇੱਕ ਛਿਣ ਦੇ ਵਿੱਚ ਹੀ ਜਿਹੜਾ ਹੈ ਵਾਹਿਗੁਰੂ ਜੀ ਉਹ ਦੂਰ ਕਰ ਦਿੰਦੇ ਆ। ਪਰ ਇਹਦੇ ਵਾਸਤੇ ਜਿਹੜੀ ਹੈ ਨਾ ਉਹ ਇੱਕੋ ਹੀ ਜੋ ਨਿਯਮ ਕਾਨੂੰਨ ਜਾਂ ਗੁਰਸਿੱਖ ਦੇ ਦੀ ਜਿਹੜੀ ਹੈ ਨਾ ਹਦਾਇਤ ਪਾਲਣਾ ਉਹ ਇਹੋ ਹੀ ਆ ਕਿ ਉਹ ਕੇਵਲ ਅਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਦਾ ਬਣ ਕੇ ਰਹੇ। ਦੂਸਰੇ ਪਾਸੇ ਇੱਕ ਰਤੀ ਜਿੰਨਾ ਵੀ ਹੈ ਨਾ ਝੁਕਾ ਨਾ ਰੱਖੇ, ਜਾਂ ਇਉਂ ਕਹਿ ਲਓ ਕਿ ਸਿੱਖ ਦਾ ਜਿਹੜਾ ਨਿਸ਼ਚਾ ਹੈ ਉਹ ਸਮੇਰ ਪਰਬਤ ਵਰਗਾ ਅਟੱਲ ਚਾਹੀਦਾ ਹੈ, ਅਡੋਲ ਚਾਹੀਦਾ ਹੈਗਾ। ਤਤੀਆਂ ਤਵੀਆਂ 'ਤੇ ਬੈਠ ਕੇ ਜਾਂ ਆਰਿਆਂ ਦੇ ਥੱਲੇ ਬੈਠ ਕੇ ਉਬਲਦੀਆਂ ਦੇਗਾਂ ਵਿੱਚ ਵੀ ਬੈਠ ਕੇ ਇਹ ਜਿਹੜੇ ਨਿਸ਼ਚੇ ਆ ਗੁਰਸਿੱਖਾਂ ਦੇ ਜਿਹੜੇ ਆ ਉਹ ਨਹੀਂ ਡੋਲੇ। ਪਰ ਅੱਜ ਦਾ ਜਿਹੜਾ ਹੈ ਨਾ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ ਹੈ ਉਹਦੀ ਜਿਹੜੀ ਭਟਕਣਾ ਹੈ ਨਹੀਂ ਉਹ ਦੂਰ ਦੂਰ ਜਿਹੜੀ ਹੈ ਨਾ ਥਾਂ ਥਾਂ 'ਤੇ ਜਿਹੜੀ ਹੁੰਦੀ ਹੈ, ਜਿਸ ਕਰਕੇ ਉਹਦੀ ਜਿਹੜੀ ਹਾਲਤ ਹੈ ਨਾ ਉਹ ਮੰਗਤਿਆਂ ਤੋਂ ਵੀ ਬਹੁਤ ਜ਼ਿਆਦਾ ਥੱਲੇ ਜਿਹੜੀ ਹੈ ਉਹ ਪਾਈ ਜਾਂਦੀ ਆ। ਸੋ ਕਹਿਣ ਤੋਂ ਭਾਵ ਇਹ ਹੈ ਅਗਰ ਸਿੱਖ ਨੇ ਦਾਤਾ ਬਣਨਾ ਹੈਗਾ, ਮਹਾਨ ਬਣਨਾ ਹੈਗਾ, ਗੁਰੂ ਦੀ ਨਜ਼ਰ ਦੇ ਵਿੱਚ ਆਪਣਾ ਜਿਹੜਾ ਕਿਰਦਾਰ ਹੈ ਉਹਨੂੰ ਉੱਚਾ ਰੱਖਣਾ ਹੈਗਾ, ਤਾਂ ਫਿਰ ਉਹਨੂੰ ਕੇਵਲ ਅਤੇ ਕੇਵਲ ਇੱਕ ਦੀ ਓਟ ਰੱਖਣੀ ਪੈਣੀ ਆ। ਅਤੇ ਉਹ ਓਟ ਆ ਧੰਨ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਗ੍ਰੰਥ ਸਾਹਿਬ ਪੂਰੇ ਬਾਣੀ ਦੇ ਜਿਹੜੇ ਹੈ ਨਾ ਉਹ ਮਾਲਕ ਹੈਗੇ ਆ, ਅਤੇ ਗੁਰੂ ਗ੍ਰੰਥ ਸਾਹਿਬ ਆਪ ਨਿਰੰਕਾਰ ਹੈ, ਕਿਉਂਕਿ ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡਾ ਵਰਨਾ ਕੋਏ, ਅਤੇ ਜਿਹਦੇ ਬਰਾਬਰ ਦੂਸਰਾ ਕੋਈ ਨਹੀਂ। ਬਾਣੀ ਨਿਰੰਕਾਰ ਹੈ, ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਗੁਰਬਾਣੀ ਵਿੱਚ ਇੱਕ ਨਹੀਂ ਅਨੇਕਾਂ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਹੈ ਨਾ ਸਲੋਕ ਆ ਸਾਨੂੰ ਸਹਿਜ ਦੇ ਜਿਹੜੇ ਹੈ ਉਹ ਪ੍ਰਾਪਤ ਹੋ ਜਾਂਦੇ ਆ। ਭਾਵ ਕੀ ਆ ਕਿ ਜਿਨ੍ਹਾਂ ਨਾਮ ਧਿਆਇਆ ਗਏ ਮਸ਼ੱਕਤ ਕਾਲ, ਜਿਨ੍ਹਾਂ ਨੇ ਨਾਮ ਦੀ ਟੇਕ ਲਈ ਆ, ਇਹ ਜਿਹੜਾ ਨਿਸ਼ਚਾ ਅਡੋਲ ਆ ਹੈ ਨਾ ਇਹੋ ਹੀ ਸਿੱਖ ਦੀ ਮਸ਼ੱਕਤ ਕਾਲ ਵਾ। ਅਤੇ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ, ਉਹਨਾਂ ਦੀ ਇਸ ਦੁਨੀਆ ਦੇ ਵਿੱਚ ਵੀ ਉਜਾਲਾ ਹੁੰਦਾ ਹੈ, ਚੜ੍ਹਦੀ ਕਲਾ ਰਹਿੰਦੀ ਹੈ, ਅਤੇ ਫਿਰ ਜਿਹੜੀ ਇਸ ਦੁਨੀਆ ਤੋਂ ਬਾਅਦ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਚੜ੍ਹਦੀ ਕਲਾ ਰਹਿੰਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਆਪਣੀ ਜਿਹੜੀ ਹੈ ਨਾ ਭਟਕਣਾ ਹੈਗੀ ਆ ਇਸ ਨੂੰ ਬਿਲਕੁਲ ਰੋਕਣਾ ਚਾਹੀਦਾ ਹੈ। ਸੋ ਇੱਕ ਤਾਂ ਨਿਸ਼ਚਾ ਰੱਖਣਾ ਚਾਹੀਦਾ, ਸਬਰ ਅਤੇ ਸ਼ੁਕਰ ਦੇ ਉੱਤੇ ਜਿਹੜਾ ਹੈ ਉਹ ਆਪਣੀ ਟੇਕ ਨੂੰ ਲੈ ਕੇ ਹਮੇਸ਼ਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਇੱਕ ਨਾ ਇੱਕ ਦਿਨ ਫਿਰ ਜਿਹੜਾ ਹੈ ਨਾ ਐਸਾ ਸਮਾਂ ਆਉਂਦਾ ਹੈ ਜਦੋਂ ਗੁਰੂ ਜਿਹੜਾ ਹੈਗਾ ਆਪਣੇ ਖਜ਼ਾਨੇ ਦੀ ਜਿਹੜੀਆਂ ਸਾਰੀਆਂ ਜੋ ਚਾਬੀਆਂ ਹਨ ਉਹ ਆਪ ਦੇ ਹੱਥ ਦੇ ਉੱਤੇ ਰੱਖ ਦਿੰਦਾ, ਜਿਹਨੂੰ ਬਾਣੀ ਨੇ ਕਿਹਾ ਸਮ ਨਿਦਾਨ 10 ਅਸ਼ਟ ਸਿਧਾਨ ਠਾਕਰ ਕਲ ਤਲ ਧਰਿਆ,
ਜਾਂ ਨਾਨਕ ਵਲਵਲ ਸਦਬਲ ਜਈ ਤਰੰਤ ਨਾ ਪਾਰਾ ਵਰਿਆ। ਸਰਮ ਦੇ ਦਾਨ 10 ਅਸ਼ਟ ਸਿਧਾਨ, ਸਾਰੇ 9 ਖਜ਼ਾਨੇ ਤੇ 18 ਸਿੱਧੀਆਂ ਤੇਰੀ ਤਲੀ ਦੇ ਉੱਤੇ ਧਰ ਦਿੰਦਾ। ਬਸ ਜਦੋਂ ਉਹ ਦੇਖਦਾ ਹੈ ਕਿ ਇਹਦਾ ਜਿਹੜਾ ਨਿਸ਼ਚਾ ਹੈ ਨਾ ਅਡੋਲ ਹੈ, ਜਦ ਨਿਸ਼ਚਾ ਅਡੋਲ ਹੈ ਨਾ, ਤਾਂ ਫਿਰ ਸਮਝ ਲਓ ਗੁਰੂ ਦੀ ਜਿਹੜੀ ਬਖਸ਼ਿਸ਼ ਦਾ ਦਰਵਾ ਹੈ ਨਾ ਉਹ ਐਸਾ ਖੁੱਲ੍ਹਦਾ ਹੈਗਾ ਕਿ ਉਹ ਜਿਹੜਾ ਜਗਿਆਸੂ ਸੇਵਕ ਹੈ ਨਾ ਉਹ ਫਿਰ ਮਾਲੋ ਮਾਲ ਹੋ ਜਾਂਦਾ, ਜਿਹਨੂੰ ਗੁਰਬਾਣੀ ਨੇ ਆਖਿਆ ਹੈ ਕਿ ਸੇਵਕ ਕੇ ਭਰਪੂਰ ਜੁਗ ਜੁਗ ਜੁਗਾ ਜਗੰਤਰਾਂ ਲਈ ਵਾਹਿਗੁਰੂ ਭਰਪੂਰ ਕਰ ਦਿੰਦਾ। ਵਾਹਿਗੁਰੂ ਤੇਰਾ ਸਬਦ ਸਦਕਾ, ਇਹ ਉਹਦਾ ਸਦਕਾ ਹੈ ਜਦੋਂ ਸਿੱਖ ਵਾਹਿਗੁਰੂ ਜੀ ਤੋਂ ਸਦਕੇ ਹੋ ਜਾਵੇ, ਬਲਿਹਾਰ ਹੋ ਜਾਵੇ, ਕੁਰਬਾਨ ਹੋ ਜਾਵੇ। ਸੋ ਉਦੋਂ ਹੀ ਕੁਰਬਾਨ ਹੁੰਦਾ ਹੈ ਜਦੋਂ ਬਿਲਕੁਲ ਪਰਪੱਕਤਾ ਅੰਦਰ ਆ ਗਈ, ਦ੍ਰਿੜ ਨਿਸ਼ਚਾ ਆ ਗਿਆ। ਇਸੇ ਕਰਕੇ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਪੰਜਾਂ ਪਿਆਰਿਆਂ ਦੀ ਜਿਹੜੀ ਹੈ ਉਹ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਫਿਰ ਉਸ ਤੋਂ ਬਾਅਦ ਭਾਈ ਹਿੰਮਤ ਸਿੰਘ, ਫਿਰ ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ। ਭਾਵ ਕੀ ਹੈ ਕਿ ਇਹ ਜਿਹੜੇ ਹੈ ਨਾ ਗੁਣ ਹੈ ਸਾਰੇ ਪ੍ਰਵੇਸ਼ ਕਰ ਦਿੰਦੇ ਆ। ਜਿੱਥੇ ਦਇਆ ਆ ਗਈ ਇੱਥੇ ਧਰਮ ਆ ਗਿਆ, ਫਿਰ ਨਾਲ ਹਿੰਮਤ ਆ ਗਈ, ਜਿੱਥੇ ਹਿੰਮਤ ਆ ਗਈ ਉੱਥੇ ਮੋਹਕਮ ਆ ਗਿਆ, ਦ੍ਰਿੜ ਨਿਸ਼ਚਾ ਆ ਗਿਆ। ਜਦ ਦ੍ਰਿੜ ਨਿਸ਼ਚਾ ਆ ਗਿਆ ਫਿਰ ਜਿਹੜਾ ਇਨਸਾਨ ਹੈਗਾ ਦੇਖੋ ਮਨੁੱਖ ਤੋਂ ਦੇਵਤਾ ਬਣ ਜਾਂਦਾ, ਉਹ ਸਾਹਿਬ ਹੋ ਜਾਂਦਾ, ਪਰਮੇਸ਼ਰ ਰੂਪ ਹੋ ਜਾਂਦਾ। ਇਸ ਕਰਕੇ ਆਪਣੇ ਨਿਸ਼ਚੇ ਨੂੰ ਹੈ ਨਾ ਹਮੇਸ਼ਾ ਦ੍ਰਿੜ ਰੱਖੋ। ਦ੍ਰਿੜ ਨਿਸ਼ਚਾ ਜਿਹੜਾ ਹੈ ਨਾ ਫਤਿਹ ਦੀ ਨਿਸ਼ਾਨੀ ਹੈ। ਅਤੇ ਇਸੇ ਕਰਕੇ ਸਾਨੂੰ ਮਹਾਰਾਜ ਨੇ ਕਿਹਾ ਹੈ ਕਿ ਨਿਸ਼ਚੇ ਕਰ ਆਪਣੀ ਜੀਤ ਕਰੋ। ਕਿਸੇ ਵੀ ਚੀਜ਼ ਦੀ ਸਫਲਤਾ ਲੈਣੀ ਹੋਵੇ, ਕਾਮਯਾਬੀ ਲੈਣੀ ਹੋਵੇ, ਜਦ ਗੁਰੂ 'ਤੇ ਭਰੋਸਾ ਹੋ ਗਿਆ ਨਾ ਤਾਂ ਫਿਰ ਕਿਸੇ ਦੇ ਵੀ ਚੱਕਰ ਵੀ ਉਹਦੇ ਵਿੱਚ ਨਹੀਂ ਫਸਣਾ ਚਾਹੀਦਾ। ਐਸੀ ਜਿਹੜੀ ਹੈ ਨਾ ਕੰਮ ਉਹ ਨਹੀਂ ਕਰਨਾ ਚਾਹੀਦਾ ਕਿ ਜਿਹਦੇ ਨਾਲ ਤੁਹਾਨੂੰ ਬਾਅਦ ਦੇ ਵਿੱਚ ਸ਼ਰਮਿੰਦਗੀ ਹੋਵੇ। ਸੋ ਜਿਹੜਾ ਗੁਰੂ ਦੀ ਟੇਕ ਵਾ ਨਿਸ਼ਚਾ ਨਾ ਸਭ ਤੋਂ ਦ੍ਰਿੜ ਹੈ। ਬਾਕੀ ਸਾਰੀਆਂ ਜਿਹੜੀਆਂ ਸਿਆਣਪਾਂ ਅਸੀਂ ਕਰਦੇ ਹਾਂ ਜਾਂ ਚਤਰਾਈਆਂ ਕਰਦੇ ਹਾਂ, ਦਰ ਦਰ 'ਤੇ ਭਟਕਦੇ ਹਾਂ, ਇਹ ਰੋੜੇ ਤੋਂ ਸਿਵਾਏ ਜਿਹੜਾ ਨਾ ਹੋਰ ਕੁਛ ਨਹੀਂ ਹੈ। ਇਹ ਕੇਵਲ ਅਤੇ ਕੇਵਲ ਆਪਣੇ ਮੂੰਹ 'ਤੇ ਕਾਲਖ ਮੰਨਣ ਵਾਲੀ ਜਿਹੜੀ ਹੈ ਨਾ ਗੱਲ ਹੈਗੀ ਆ। ਇਸ ਕਰਕੇ ਆਪਣੇ ਨਿਸ਼ਚੇ ਦੀ ਪਰਪੱਕਤਾ ਰੱਖੋ, ਸ਼ਬਦ ਦੀ ਕਮਾਈ ਕਰੋ, ਨਿਤਨੇਮ ਕਰੋ, ਗੁਰਬਾਣੀਆਂ ਪੜ੍ਹੋ, ਗੁਰੂ ਘਰ ਜਾਓ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈਗਾ ਜ਼ਿਆਦਾ ਤੋਂ ਜ਼ਿਆਦਾ ਮੱਥੇ ਟੇਕੋ, ਗੁਰੂ ਸਾਹਿਬ ਦੀ ਪਰਿਕਰਮਾ ਕਰੋ, ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰੋ, ਮੱਥੇ ਟੇਕੋ। ਆਪਣਾ ਜਿਹੜਾ ਸਿਦਕਾ ਹੈ ਨਾ ਜਾਂ ਆਪਣੀ ਸੁਰਤ ਵਾ ਇਹਨੂੰ ਉੱਚਾ ਰੱਖੋ ਅਤੇ ਗੁਰੂ ਦੇ ਬਚਨਾਂ ਦੇ ਉੱਤੇ ਦ੍ਰਿੜਤਾ ਦੇ ਨਾਲ ਪਹਿਰਾ ਦਿਓ। ਫਿਰ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਨੇ ਚੜ੍ਹਦੀ ਕਲਾ ਹੈਗੀ ਆ, ਇਹਨੂੰ ਫਿਰ ਟਾਈਮ ਨਹੀਂ ਲੱਗਦਾ। ਇਹ ਜਿਹੜੀ ਚੜ੍ਹਦੀ ਕਲਾ ਹੈ ਨਾ ਇਹ ਬਸ ਉਸੇ ਟਾਈਮ ਹੋਣੀ ਸ਼ੁਰੂ ਹੋ ਜਾਂਦੀ ਆ। ਫਿਰ ਇਉਂ ਕਹਿ ਲਓ ਕਿ ਜਿਵੇਂ ਫਰਸ਼ ਤੋਂ ਜਾਣੀ ਅਰਸ਼ ਦੇ ਉੱਤੇ ਜਿਹੜਾ ਹੈ ਨਾ ਇਨਸਾਨ ਦੀ ਸੁਰਤ ਪਹੁੰਚ ਜਾਂਦੀ ਹੈ, ਉਹ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਦੇਵਤਿਆਂ ਤੋਂ ਵੀ ਉੱਚਾ ਜਿਹੜਾ ਹੈਗਾ ਉਹ ਆਪਣੇ ਮਨ ਦੇ ਵਿੱਚ ਅਨੁਭਵ ਕਰਨ ਲੱਗ ਪੈਂਦਾ ਹੈ। ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਗੱਲ ਦਾ ਕਿ ਗੁਰੂ ਸਾਹਿਬ ਜਾਂ ਸਭ ਤੋਂ ਵੱਡਾ ਜਿਹੜਾ ਹੈ ਨਾ ਉਹ ਸਤਿਗੁਰੂ ਨਾਨਕ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਤਾਂ ਉਹਦੇ ਅਨੁਭਵ ਦੇ ਵਿੱਚ ਇਹ ਗੱਲ ਪਰਪੱਕਤਾ ਤੌਰ 'ਤੇ ਆ ਜਾਂਦੀ ਕਿ ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਤਰੇ। ਉਹਦੇ ਸਿਰ ਦੇ ਉੱਤੇ ਛਤਰ ਝੁੱਲ ਜਾਂਦੇ ਹੈ। ਸੋ ਇਸੇ ਕਰਕੇ ਦੁਨੀਆਦਾਰੀ ਦੇ ਵਿੱਚ ਹੈ ਨਾ ਇਹ ਬੜਾ ਕਿਸੇ ਨੇ ਖੂਬਸੂਰਤ ਲਿਖਿਆ ਹੈ ਕਿ ਜਿਸ ਦਰ ਪਰ ਸਿਰ ਨਾ ਝੁਕੇ ਉਸੇ ਦਰ ਨਹੀਂ कहते, ਤੇ ਨਾਲ कहता है ਜੋ ਸਿਰ ਦਰ ਝੁਕੇ ਉਸੇ ਸਿਰ ਨਹੀਂ कहते। ਸੋ ਆਪਣਾ ਜੋ ਸੀਸ ਵਾ ਹੈ ਨਾ ਉਹ ਬਸ ਇੱਕ ਜਗ੍ਹਾ ਟਿਕਾ ਕੇ ਅਸੀਂ ਗੁਰੂ ਦੀਆਂ ਅਨੰਤ ਖੁਸ਼ੀਆਂ ਲੈ ਕੇ ਆਪਣਾ ਲੋਕ ਅਤੇ ਪਰਲੋਕ ਦੋਨੇ ਸਹੇਲੇ ਕਰ ਸਕਦੇ ਹਾਂ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।